ਧੰਨ ਵਾਹਿਗੁਰੂ ਸਾਹਿਬ ਜੀ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਾ ਸਿਧ, ਗੁਰੂ ਬਿਨ ਮੁਕਤ ਨਾ ਪਾਵੈ। ਧੰਨ ਵਾਹਿਗੁਰੂ ਸਾਹਿਬ ਜੀ। ਪ੍ਰਾਣੀ ਕਛੂ ਨਾ ਚੇਤਈ, ਮਦ ਮਾਇਆ ਕੇ ਅੰਧ। ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੇ ਜਮ ਫੰਦ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਕਰ ਜੁੜ ਬੈਠੇ ਸਤਿਕਾਰੇ ਵਡਭਾਗੇ ਸਤਸੰਗੀ ਜਨੋ, ਆਪ ਜੀ ਨੇ ਸ਼ਾਮਾਂ ਦੇ ਵਿਸ਼ੇਸ਼ ਦੀਵਾਨਾਂ ਦੇ ਵਿੱਚ ਗੁਰਦੇਵ ਜੀ ਮਹਾਰਾਜ ਦੀ ਮੁਬਾਰਕ ਬਾਣੀ ਸੋਦਰ ਸਾਹਿਬ ਜੀ ਦੇ ਪਾਠ ਰੂਪ ਦੇ ਵਿੱਚ ਸ਼ਰਵਣ ਕੀਤੀ ਹੈ। ਸਤਿਕਾਰਯੋਗ ਹਜ਼ੂਰੀ ਜਥੇ ਪਾਸੋਂ ਗੁਰਬਾਣੀ ਕੀਰਤਨ ਰਾਹੀਂ ਸ਼ਰਵਣ ਕੀਤੀ ਹੈ। ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੀ ਹੀ ਵਿਚਾਰ ਸਤਿਗੁਰਾਂ ਦੇ ਸਮੇਂ ਤੋਂ ਹੀ ਇਸ ਸਿੱਖ ਰਵਾਇਤ ਦੇ ਵਿੱਚ, ਸਿੱਖ ਮਤ ਦੇ ਅੰਦਰ, ਸਿੱਖ ਵਿਚਾਰਧਾਰਾ ਦੇ ਅੰਦਰ ਲਗਾਤਾਰ ਚੱਲਦੀ ਆ ਰਹੀ ਹੈ। ਗੁਰੂ ਮਹਾਰਾਜ ਜੀ ਨੇ ਆਪ ਵੀ ਬਾਣੀ ਨੂੰ ਸਹਿਜੇ ਪੜ੍ਹਨਾ, ਸਿੱਖਾਂ ਨੂੰ ਵੀ ਹਦਾਇਤ ਕਰਨੀ। ਬਾਣੀ ਵਿੱਚ ਵੀ ਅਜਿਹੇ ਸੰਕੇਤ ਹਨ, ਆਇਓ ਸੁਣਨ ਪੜ੍ਹਨ ਕੋ ਬਾਣੀ। ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਮਹਾਰਾਜ ਨੇ ਫਿਰ ਆਪ ਹੱਥਾਂ ਦੇ ਵਿੱਚ ਸਾਜ਼ ਫੜ ਕੇ ਉਸ ਵੇਲੇ ਮਹਾਰਾਜ ਜੀ ਦੇ ਨਾਲ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਭਾਈ ਮਰਦਾਨਾ ਜੀ ਰਬਾਬੀਏ ਰਬਾਬ ਦੇ ਨਾਲ ਕੀਰਤਨ ਕਰਿਆ ਕਰਦੇ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਆਪ ਸਰੰਦਾ ਹੱਥ ਵਿੱਚ ਫੜ ਕੇ ਕਰਤੇ ਵਾਹਿਗੁਰੂ ਦੀ ਇਬਾਦਤ ਨੂੰ, ਜਿੱਥੇ ਆਪ ਮੁਹਾਰੇ ਮਹਾਰਾਜ ਨੇ ਜੁੜਨਾ, ਉੱਥੇ ਸੰਗਤ ਨੂੰ ਜੋੜਨਾ। ਗੁਰੂ ਮਹਾਰਾਜ ਜੀ ਨੇ ਸਾਨੂੰ ਵਿਚਾਰ ਦੇ ਸੰਬੰਧੀ ਵੀ ਬਾਣੀ ਵਿੱਚ ਇਹ ਗੱਲ ਆਖੀ ਹੈ, ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੀ ਵਿਚਾਰ। ਸੋ ਆਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਸਲੋਕਾਂ ਨੂੰ ਵਿਚਾਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 57 ਸਲੋਕਾਂ ਵਿੱਚੋਂ 26 ਅਤੇ 27 ਨੰਬਰ ਸਲੋਕ, ਜਿਸ ਦਾ ਮੂਲ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਮਹਾਰਾਜ ਜੀ ਨੇ ਜਿਹੜਾ ਆਰੰਭ ਵਿੱਚ ਸ਼ਬਦ ਆਖਿਆ ਹੈ, ਪ੍ਰਾਣੀ ਕਛੂ ਨਾ ਚੇਤਈ, ਮਦ ਮਾਇਆ ਕੇ ਅੰਧ।
ਤਕਰੀਬਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਤੁਸੀਂ ਇਹ 2-3 ਸ਼ਬਦ ਜ਼ਿਆਦਾ ਮਕਬੂਲ ਵੇਖੋਗੇ। ਗੁਰੂ ਮਹਾਰਾਜ ਜੀ ਦੇ 59 ਸ਼ਬਦ ਹਨ, 57 ਸਲੋਕ ਨੇ। ਬਹੁਤਾਤ ਥਾਂ ਤੇ ਮਹਾਰਾਜ ਜੀ ਨੇ ਪ੍ਰਾਣੀ ਸ਼ਬਦ ਹੀ ਵਰਤੇ ਹੈ, ਜਾਂ ਮਹਾਰਾਜ ਜੀ ਨੇ ਜਨ ਸ਼ਬਦ ਦੀ ਵਰਤੋਂ ਕੀਤੀ ਹੈ, ਜਾਂ ਮਹਾਰਾਜ ਜੀ ਨੇ ਇੱਕ ਸ਼ਬਦ ਹੋਰ ਵਰਤਿਆ ਨਰ। ਇਹ ਸ਼ਬਦ ਤੁਸੀਂ ਬਾਣੀ 'ਚ ਜ਼ਿਆਦਾ ਦੇਖੋਗੇ, ਕਿਉਂਕਿ ਅਸੀਂ ਸਲੋਕਾਂ ਦੇ ਅਰਥਾਂ ਦੇ ਨਾਲ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਤਬੀਅਤ, ਉਹਨਾਂ ਦਾ ਸੁਭਾਅ, ਗੁਰੂ ਮਹਾਰਾਜ ਜੀ ਦੇ ਸਮੇਂ ਦੇ ਹਾਲਾਤ, ਇਤਿਹਾਸ, ਇਹ ਸਾਰਾ ਕੁਝ ਨਾਲ ਨਾਲ ਵਿਚਾਰਨਾ ਹੈ ਕਿ ਗੁਰੂ ਮਹਾਰਾਜ ਜੀ ਦੇ ਜਿਹੜੇ ਸ਼ਬਦਾਂ ਦੀ ਚੋਣ ਹੈ ਉਹ ਇਹੀ ਕਿਉਂ ਰਹੀ ਹੈ। ਭਾਵੇਂ ਕਿ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸਾਨੂੰ ਉਹੀ ਵਿਚਾਰਾਂ ਦ੍ਰਿੜ ਕਰਾਈਆਂ ਨੇ ਜੋ ਬਾਬੇ ਨਾਨਕ ਨੇ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਇਹ ਆਪ ਆਪਣੀਆਂ ਲਿਖਤਾਂ ਦੇ ਵਿੱਚੋਂ ਵਿਚਾਰਾਂ ਪੱਕੀਆਂ ਕੀਤੀਆਂ, ਦ੍ਰਿੜ ਕਰਾਈਆਂ। ਗੁਰੂ ਨਾਨਕ ਮਹਾਰਾਜ ਜੀ ਜਿਵੇਂ ਪ੍ਰਚਾਰ ਦੌਰੇ ਤੇ ਰਹੇ ਨੇ, ਇੱਦਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਵੀ ਪੰਜਾਬ ਤੋਂ ਬਾਹਰ ਬਹੁਤਾਤ ਸਮਾਂ ਮਹਾਰਾਜ ਪ੍ਰਚਾਰ ਦੇ ਵਿੱਚ ਰੁੱਝੇ ਰਹੇ। ਸੁਭਾਵਿਕ ਹੈ ਕਿ ਜਦੋਂ ਤੁਸੀਂ ਬਾਹਰ ਕਿਸੇ ਨਾਲ ਗੱਲ ਕਰਨੀ ਹੈ, ਉੱਥੇ ਕਾਮਨ ਸ਼ਬਦਾਂ ਦੀ ਵਰਤੋਂ ਹੋ ਜਾਏ ਜਿਹੜੇ ਸਾਰਿਆਂ ਤੇ ਫਿੱਟ ਬੈਣ, ਸੁਣਨ ਵਾਲੇ ਨੂੰ ਇਉਂ ਲੱਗੇ ਕਿ ਭਾਵੇਂ ਮੈਂ ਜਿਸ ਵੀ ਮਤ ਨਾਲ, ਜਿਸ ਧਰਮ ਨਾਲ ਵੀ ਸੰਬੰਧ ਰੱਖਦਾ, ਪਰ ਇਹ ਗੱਲ ਮੇਰੇ ਤੇ ਬੜੀ ਢੁੱਕ ਰਹੀ ਹੈ, ਇਹ ਫਿੱਟ ਬਹਿ ਰਹੀ ਹੈ। ਜਿਹਨੂੰ ਬਾਣੀ ਵਿੱਚ ਮਹਾਰਾਜ ਨੇ ਇਹ ਵੀ ਆਖਿਆ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਸਾਖੀ ਦਾ ਅਰਥ ਹੁੰਦਾ ਸਿੱਖਿਆ। ਆਪਾਂ ਹਿਸਟਰੀ ਦੇ ਵਿੱਚੋਂ ਵੀ ਕੋਈ ਘਟਨਾ, ਕੋਈ ਇਵੈਂਟ ਬੱਚਿਆਂ ਨੂੰ ਜਦੋਂ ਦੱਸਦੇ ਹਾਂ ਤੇ ਅਸੀਂ ਕਹਿੰਦੇ ਹਾਂ ਸਾਖੀ ਸੁਣਾ ਰਹੇ ਹਾਂ, ਤੇ ਉਹ ਸਾਖੀ ਦਾ ਅਰਥ ਕਹਾਣੀ ਨਹੀਂ ਹੁੰਦਾ। ਕਹਾਣੀ ਸ਼ਬਦ ਦਾ ਭਾਵ ਤੇ ਹੁੰਦਾ ਕਹਾ ਨਹੀਂ, ਜੋ ਅਸੀਂ ਕਹਿ ਰਹੇ ਹਾਂ ਉਹ ਹੈ ਨਹੀਂ ਹੈ, ਸੱਚ ਨਹੀਂ ਹੈ। ਤੁਸੀਂ ਬਚਪਨ 'ਚ ਕਦੀ ਵੇਖਿਆ ਹੋਏਗਾ, ਅਸੀਂ ਜਦੋਂ ਕਿਤਾਬਾਂ ਪੜ੍ਹਦੇ ਸਾਂ ਉੱਥੇ ਉਹਨਾਂ ਨੇ ਕਾਂ ਦੀ ਕੋਈ ਕਹਾਣੀ ਲੈ ਲੈਣੀ ਕਿ ਉਹਨੂੰ ਪਿਆਸ ਲੱਗੀ ਹੈ, ਉਹਨੇ ਮਟਕੇ ਦੇ ਵਿੱਚ ਰੋੜੇ ਸੁੱਟਣੇ, ਪਾਣੀ ਥੋੜ੍ਹਾ ਹੈ, ਉਹ ਤਾਂ ਨੂੰ ਆ ਗਿਆ, ਉਹਨੇ ਪੀ ਲਿਆ। ਉਹ ਕਹਾਣੀ ਹੈ, ਹੋਈ ਨਹੀਂ, ਸਿਰਫ ਕੋਈ ਸਿੱਖਿਆ ਬਣਾਉਣ ਵਾਸਤੇ ਅਗਲੇ ਨੂੰ ਰਚਨੀ ਪੈ ਗਈ, ਕਹਾ ਨਹੀਂ। ਪਰ ਗੁਰਬਾਣੀ ਕਹਾਣੀ ਨਹੀਂ ਹੈ, ਇਹ ਸਾਖੀ ਹੈ। ਔਰ ਗੁਰੂ ਮਹਾਰਾਜ ਨੇ ਜੋ ਕਿਹਾ ਹੈ ਉਹ ਜੀ ਕੇ ਵਿਖਾਇਆ ਹੈ। ਇੱਦਾਂ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਖੀ ਸਿੱਖਿਆ ਹੈ ਤੇ ਮਹਾਰਾਜ ਜੀ ਦੇ ਜੀਵਨ ਦੀਆਂ ਕਹਾਣੀਆਂ ਹੀ ਰਹੀਆਂ ਨੇ, ਕਹਾਣੀਆਂ ਨਹੀਂ। ਮਹਾਰਾਜ ਜੀ ਨੇ ਜੋ ਜੋ ਬਿਆਨ ਕੀਤਾ ਉਹਨੂੰ ਕਮਾਇਆ, ਨਾਲ ਨਾਲ ਉਸ ਸਾਖੀ ਨੂੰ, ਸਿੱਖਿਆ ਨੂੰ ਉਤਾਰ ਲਿਆ। ਸੋ ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਰ ਸ਼ਬਦ ਦੀ ਵਰਤੋਂ ਵੀ ਕੀਤੀ ਹੈ। ਇਹ ਕਾਮਨ ਵਰਡ ਨੇ, ਸ਼ਬਦ ਨੇ, ਹਰੇਕ ਦੇ ਉੱਤੇ ਫਿੱਟ ਬੈਂਦੇ ਨੇ, ਕਿਉਂਕਿ ਇਹ ਕਿਸੇ ਧਰਮ ਦਾ ਸੰਬੰਧਿਤ ਵਰਡ ਨਹੀਂ ਹੈਗੇ ਅਸਲ ਦੇ ਵਿੱਚ। ਹੁਣ ਅਸੀਂ ਕਹੀਏ ਆਦਮੀ, ਹਮ ਆਦਮੀ ਹਾਂ ਇੱਕ ਦਮੀ। ਹੁਣ ਇਹ ਤਾਂ ਹੈ ਨਹੀਂ ਨਾ ਕਿ ਸਿੱਖ ਨੂੰ ਮਹਾਰਾਜ ਕਹਿ ਰਹੇ ਨੇ ਕਿ ਵੀ ਇੱਕੋ ਹੀ ਦਮ ਦਾ ਮਾਲਕ ਹੈ, ਸਿੱਖਾ ਧਿਆਨ ਰੱਖੀ। ਹਰੇਕ ਦਾ ਹੀ ਮਹਾਰਾਜ ਨੇ ਆਖਿਆ ਤੇ ਹਰੇਕ ਨਾਲ ਹੋਣਾ ਏਦਾਂ। ਪ੍ਰਾਣਾ ਤੇ ਖੜਾ ਬੰਦਾ, ਔਰ ਪਤਾ ਕੁਝ ਨਹੀਂ ਹੈਗਾ ਕਿ ਅਗਲਾ ਪ੍ਰਾਣ ਆਏ, ਅਗਲਾ ਸਾਹ ਆਏ, ਨਾ ਆਏ। ਹਮ ਆਦਮੀ ਹਾਂ ਇੱਕ ਦਮੀ। ਆਦਮੀ ਕਾਮਨ ਵਰਡ ਹੈ, ਕਿਸੇ ਤੇ ਵੀ ਟੁਕੇ। ਤੇ ਖਿਮਾ ਕਰਿਓ, ਆਦਮੀ ਦਾ ਅਰਥ ਤੁਸੀਂ ਜੈਂਡਰ ਦੇ ਨਾਲ ਕਿਤੇ ਮੇਲ ਨਾਲ ਹੀ ਨਾ ਲੈ ਲਿਓ ਜੇ, ਕਿ ਅਸੀਂ ਆਮ ਹੀ ਅਸੀਂ ਜਦੋਂ ਮੇਲ ਫੀਮੇਲ ਦੀ ਵੰਡ ਕਰਾਂਗੇ ਅਸੀਂ ਕਹਾਂਗੇ ਆ ਆਦਮੀ ਆ, ਇਸਤਰੀ ਹੈ। ਤੇ ਬਾਣੀ ਵਿੱਚ ਵੇਖੋ ਮਹਾਰਾਜ ਜੀ ਨੇ ਆਦਮੀਆਂ ਨੂੰ ਇਹ ਗੱਲ ਆਖੀ ਹੈ, ਉਹ ਸਾਂਝੀ ਹੈ। ਇਸਤਰੀ ਤੇ ਵੀ ਢੁਕੇਗੀ, ਉਹ ਪੁਰਖ ਤੇ ਵੀ ਢੁਕੇਗੀ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸਤਰੀ ਨੂੰ ਸੰਬੋਧਿਤ ਕਰਦੇ ਸ਼ਬਦ ਨੇ, ਅਸੀਂ ਕਈ ਵਾਰੀ ਉਹਨਾਂ ਨੂੰ ਮਿਸਯੂਜ਼ ਕਰਦੇ ਹਾਂ, ਅਸੀਂ ਬੀਬੀਆਂ ਤੇ ਢੁਕਾਈ ਜਾਂਦੇ ਹਾਂ। ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ। ਹੁਣ ਉੱਥੇ ਆਵੋ ਭੈਣੇ ਕੋਈ ਫੀਮੇਲ ਨੂੰ ਥੋੜਾ ਮਹਾਰਾਜ ਕਹਿ ਰਹੇ ਨੇ। ਜੇ ਬਾਣੀ ਵਿੱਚ ਸੁਹਾਗਨ ਸ਼ਬਦ ਹੈ ਤੇ ਉਹ ਕੱਲੀ ਬੀਬੀਆਂ ਲਈ ਆਇਆ ਹੈ। ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੁਹਬ 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 ਆਪਣੇ ਪ੍ਰੀਤਮ ਕੈ ਰੰਗ ਰਤੀ ਪਾਮ ਮਲੋਮੋ ਸੰਗ ਨੈਣ ਪਤੀਰੀ ਜਹਾਂ ਬਿਠਾਵੋ ਜਾਉ ਤਤੀਰੀ ਇੱਕ ਨਿਮਕ ਮਿਲਾਵੋ ਮੈਂ ਪ੍ਰਾਣ ਪਤੀਰੀ ਜਪ ਤਪ ਸੰਜਮ ਦੇਵ ਜਤੀਰੀ
ਮਾਣ ਤਾਂਗ ਅਹੰਗ ਬੁੱਧ ਹਤੇਰੀ ਸਾਨ ਨਾਨਕ ਸੁਹਾਗਵਤੀਰੀ। ਹੁਣ ਕੀ ਉਹ ਸੁਹਾਗਵਤੀ ਬੀਬੀ ਨੂੰ ਕਹਿ ਰਹੇ ਨੇ ਮਹਾਰਾਜ? ਕੁਝ ਇਹ ਬਾਤਾਂ ਜਾਣਨ ਵਾਲੀਆਂ ਨੇ। ਵੇਖੋ, ਮੈਂ ਰੱਬ 'ਚ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਇਕੱਲੇ ਅਰਥ ਪੜ੍ਹਿਆ ਨਹੀਂ ਇੱਦਾਂ ਗੱਲ ਬਣਦੀ ਹੁੰਦੀ। ਉਹਦਾ ਤੇ ਸਟੀਕਾਂ ਲਿਖੀਆਂ ਹੋਈਆਂ ਨੇ ਆਲਰੇਡੀ, ਐਪਾਂ ਵੀ ਪਈਆਂ ਨੇ, ਤੁਸੀਂ ਮੋਬਾਈਲ ਵਿੱਚ ਅਰਥ ਪੜ੍ਹ ਸਕਦੇ ਹੋ ਘਰ ਦੇ ਵਿੱਚ। ਇੱਥੇ ਅਸੀਂ ਬੈਠੇ ਹਾਂ ਵਿਚਾਰਨ ਲਈ ਬੜੀ ਤਬੀਅਤ ਨਾਲ, ਵਰਡ ਟੂ ਵਰਡ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹਦਾ ਇੱਕ ਤਾਂ ਅਧਿਆਤਮਕ ਪੱਖ ਵੇਖਣਾ, ਆਪਾਂ ਸਮਾਜਿਕ ਤਲ ਤੇ ਦੇਖਣਾ, ਆਪਣੀ ਲਾਈਫ ਵਿੱਚ ਕਿਵੇਂ ਫਿੱਟ ਬਹਿ ਸਕਦੀ ਉਹ ਗੱਲ। ਅਰਥ ਕਰ ਗਏ ਪਰ ਫਿੱਟ ਨਹੀਂ ਬੈਠੀ। ਟੁਕਾਈਏ ਕਿੱਦਾਂ? ਗੱਲ ਆਉਂਦੀ ਬਈ ਮੈਂ ਲਾਈਫ 'ਚ ਕਿੱਦਾਂ ਟੁਕਾਵਾਂ? ਮੈਨੂੰ ਅਰਥ ਤਾਂ ਸਮਝ ਆ ਗਈ, ਗੱਲ ਤਾਂ ਸਮਝ ਆ ਗਈ, ਹੁਣ ਮੈਂ ਇਹਨੂੰ ਇੰਪਲੀਮੈਂਟ ਕਰਨਾ। ਅਸਲ ਤਾਂ ਮਸਲਾ ਮੇਰਾ ਹੈ, ਮੈਂ ਇਹਨੂੰ ਜਿਉਣਾ ਹੈ। ਕਿੱਦਾਂ ਜਿਉਣਾ ਜੀ? ਕਿੱਦਾਂ ਫਿੱਟ ਪਵੇ? ਇਹ ਸਾਰੇ ਪੱਖ ਨੂੰ ਨਾਲ ਨਾਲ ਵਿਚਾਰਨ ਦੀ ਲੋੜ ਪੈਂਦੀ ਹੈ। ਗੁਰਬਾਣੀ ਦੇ ਅੱਖਰੀ ਅਰਥ, ਭਾਵ ਉਹਦੀ ਸੈਂਸ ਕੀ ਹੈ। ਫਿਰ ਜਿਹੜੀ ਸ਼ਬਦਾਵਲੀ ਦੀ ਚੋਣ ਮਹਾਰਾਜ ਜੀ ਦੀ ਹੈ, ਉਹ ਕਿਹੜੇ ਤਲ ਤੇ ਜਾ ਕੇ ਗੱਲ ਕਰ ਰਹੀ ਹੈ, ਉਹਦੇ ਭਾਵ ਕੀ ਨੇ। ਇਸ ਕਰਕੇ ਜਦੋਂ ਆਨੰਦ ਕਾਰਜ ਹੁੰਦਾ ਤੇ ਤੁਸੀਂ ਜ਼ਿਆਦਾਤਰ ਦੇਖਿਆ ਹੈਗਾ, ਕਿਉਂਕਿ ਬਾਣੀ 'ਚੋਂ ਸ਼ਬਦ ਆਉਣੇ ਹੀ ਇਹ ਨੇ। ਹੁਣ ਮੰਨ ਲਓ ਸ਼ਬਦ ਪੜ੍ਹਿਆ ਗਿਆ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾਉ ਮਰੇ ਨਾ ਜਾਇਆ। ਇਹਦੇ ਉੱਤੋਂ ਤਲ ਤੋਂ ਨਿਗਾਹ ਮਾਰਿਆ ਲੱਗਣਗੇ ਕਿ ਵੇਖੋ ਲੜਕੀ ਦਾ ਵਿਆਹ ਹੋ ਗਿਆ, ਕੀ ਲੜਕੇ ਦਾ ਨਹੀਂ ਹੋਇਆ? ਜਦੋਂ ਪੱਲਾ ਫੜਾਇਆ ਜਾਏਗਾ ਤੇ ਉਦੋਂ ਸ਼ਬਦ ਪੜਿਆ ਜਾਏਗਾ, ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਇਦਾਂ ਲੱਗੇਗਾ ਬੀਬੀ ਲਈ ਮਹਾਰਾਜ ਜੀ ਨੇ ਲਿਖਿਆ। ਵੇਖੋ ਮੈਂ ਪੱਲਾ ਫੜ ਲਿਆ, ਹੁਣ ਬਾਕੀ ਸਾਰੇ ਰਿਸ਼ਤੇਦਾਰ ਜਿਹੜੇ ਨੇ ਨਾ, ਇਹ ਕੂੜੇ ਸਾਬਤ ਹੋ ਗਏ। ਹੱਬੇ ਸਾਕ ਕੁੜਾਵੇ ਡਿੱਠੇ, ਡਿੱਠੇ ਦਾ ਅਰਥ ਹੈ ਵੇਖ ਲੈ, ਇਸਤੇਮਾਲ ਕਰਕੇ ਵੇਖ ਲੈ। ਪ੍ਰੈਕਟੀਕਲ ਵੇਖੇ, ਮੇਰੀ ਮਾਂ ਨਹੀਂ ਰਹੀ, ਕੂੜੀ ਸਾਬਤ ਹੋਈ, ਪਿਓ ਨਹੀਂ ਰਿਹਾ, ਕੂੜਾ ਸਾਬਤ ਹੋਇਆ। ਕਿ ਜਿਹੜੀ ਬੱਚੀ ਉਸ ਨੌਜਵਾਨ ਦਾ ਪੱਲਾ ਫੜ ਰਹੀ, ਉਹ ਏਦਾਂ ਕਹੇਗੀ ਆਪਣੀ ਮਾਂ ਬਾਪ ਨੂੰ? ਕਹਿ ਸਕਦੀ ਉਹ ਦਿਲੋਂ? ਨਹੀਂ ਕਹੇਗੀ ਉਹ ਕਦੀ ਵੀ। ਫਿਰ ਇਹਦੇ ਭਾਵ ਕੀ ਨੇ? ਇਹ ਗੱਲ ਜਾਣਨੀ ਪਏਗੀ ਕਿ ਇਹ ਕੀ ਲੜਕੀ ਲਈ ਮਹਾਰਾਜ ਜੀ ਨੇ ਲਿਖਿਆ, ਲੜਕੇ ਵਾਸਤੇ ਨਹੀਂ ਹੈਗਾ। ਇਹ ਠੀਕ ਹੈ ਕਿ ਕੁਝ ਸ਼ਬਦ ਅਸੀਂ ਰਸਮਾਂ ਨਾਲ ਜੋੜ ਬੈਠੇ ਹਾਂ, ਖਿਮਾ ਕਰਿਓ ਜੇ ਮੈਨੂੰ, ਭਾਵੇਂ ਇਹਦਾ ਰਹਿਤ ਮਰਿਆਦਾ 'ਚ ਜ਼ਿਕਰ ਨਹੀਂ ਹੈਗਾ, ਤੁਸੀਂ ਪੜ੍ਹ ਕੇ ਵੇਖ ਲਓ। ਆਨੰਦ ਕਾਰਜ ਹੈਡਿੰਗ 'ਚ ਕਿਤੇ ਨਹੀਂ ਤੁਹਾਨੂੰ ਲੱਭਣੀ ਇਹ ਗੱਲ, ਸਿਰਫ ਲਾਵਾਂ ਹੀ ਲਿਖੀਆਂ ਹੋਈਆਂ ਨੇ। ਪਰ ਕਿਤੇ ਕਿਤੇ ਅਸੀਂ ਜਦੋਂ ਟੁਕਾ ਕੇ ਸ਼ਬਦਾਂ ਨੂੰ ਫਿੱਟ ਕਰਦੇ ਹਾਂ, ਉੱਥੋਂ ਇੱਕੋ ਹੀ ਅਰਥਾਂ ਦੇ ਮਾਇਨੇ ਅਸੀਂ ਜ਼ਿਆਦਾ ਦ੍ਰਿੜ ਕਰਾਉਣ ਤੇ ਲੱਗੇ ਹੁੰਦੇ ਹਾਂ। ਇੱਥੇ ਮਹਾਰਾਜ ਨੇ ਜੀਵ ਲਈ ਆਖਿਆ, ਇਨਸਾਨ ਲਈ ਆਖਿਆ, ਹੇ ਮਾਲਕ ਜੀ ਮੈਂ ਵੇਖ ਲਏ ਰਿਸ਼ਤੇਦਾਰ ਬੜੇ, ਕਿਤੇ ਕਿਤੇ ਮੈਨੂੰ ਸਵਾਰਥੀ, ਲੋਭੀ, ਲਾਲਚ, ਖੁਦਗਰਜੀ ਨਾਲ ਦਿਖਦੇ ਨੇ, ਕਿਤੇ ਕਿਤੇ ਪੱਖ ਇਹ ਦਿਖਦਾ ਮੈਨੂੰ ਉਹਨਾਂ ਦੇ ਵਿੱਚ। ਇਸ ਕਰਕੇ ਮੈਂ ਮੁਕੰਮਲ ਰੂਪ ਵਿੱਚ ਜਿਹੜਾ ਸਹਾਰਾ ਬਣਾਉਣਾ ਹੈ ਨਾ, ਜੀਵਨ ਦਾ ਆਧਾਰ ਬਣਾਉਣਾ ਹੈ, ਉਹ ਮਾਲਕ ਜੀ ਤੁਹਾਨੂੰ ਬਣਾਉਣਾ ਹੈ। ਉੱਥੇ ਜੀਵ ਪਤੀ ਪਰਮੇਸ਼ਵਰ ਖਸਮ ਨੂੰ ਇਹ ਗੱਲ ਕਹਿ ਰਿਹਾ, ਉਹਦੇ 'ਚ ਮੇਲ ਫੀਮੇਲ ਜੈਂਡਰ ਦਾ ਕੋਈ ਮਤਲਬ ਨਹੀਂ ਹੈਗਾ। ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗ ਗਏ। ਉੱਥੇ ਬੱਚਾ ਵੀ, ਬੱਚੀ ਵੀ, ਮਾਂ ਬਾਪ ਵੀ, ਸਾਰੀ ਸੰਗਤ ਤੁਹਾਡਾ ਪੱਲਾ ਫੜ ਰਹੇ ਮਹਾਰਾਜ, ਰਹਿਮਤ ਕਰਿਓ ਜੇ। ਕੱਲ ਦੇ ਦੀਵਾਨ ਦੇ ਵਿੱਚ ਵਿਚਾਰਾਂਗੇ, ਕਿਉਂਕਿ ਕੱਲ ਬੰਦੀ ਛੋੜ ਵੀ ਹੈਗਾ ਨਾਨਕ ਸ਼ਾਹੀ ਕੈਲੰਡਰ ਦੇ ਅਕੋਰਡਿੰਗ। ਉਹਦੇ 'ਚ ਮਹਾਰਾਜ ਜੀ ਦਾ ਪੱਲਾ ਫੜਨ ਵਾਲਿਆਂ ਦੇ ਨਾਲ ਕੀ ਹੋਇਆ, ਕਿਉਂਕਿ ਮਸਲਾ ਹੈ ਗੁਰੂ ਦਾ ਪੱਲਾ ਫੜਨਾ, ਗੁਰੂ ਦਾ ਆਧਾਰ ਲੈਣਾ, ਗੁਰੂ ਦਾ ਸਹਾਰਾ ਲੈਣਾ। ਇਹ ਜਿਹੜੇ ਸ਼ਬਦਾਵਲੀਆਂ ਆਈਆਂ ਨੇ ਨਾ ਦੇ ਪਿੱਛੇ, ਹੁਣ ਆ ਗਲੇ 'ਚ ਕੱਪੜਾ ਪਾਇਆ ਹੈ, ਉੱਥੇ ਅਸੀਂ ਇਹਨੂੰ ਪੱਲਾ ਕਹਿੰਦੇ ਹਾਂ, ਉੱਦਾਂ ਇਹਨੂੰ ਅਸੀਂ ਕਹਿੰਦੇ ਹਾਂ ਹਜੂਰੀਆ ਪਾਇਆ, ਗਲ ਦੇ ਵਿੱਚ ਪਰਨਾ ਪਾਇਆ, ਪਰਨਾ ਵੀ ਕਹਿ ਦਿੰਦੇ ਹਾਂ। ਹੁਣ ਬਾਣੀ ਵਿੱਚ ਪਰਨੇ ਦਾ ਅਰਥ ਆਧਾਰ ਹੈ, ਬੇਸ, ਆਧਾਰ। ਤੁਸੀਂ ਆਨੰਦ ਸਾਹਿਬ ਦਾ ਪਾਠ ਧਿਆਨ ਨਾਲ ਕਰੋ, ਉੱਥੇ ਇੱਕ ਸ਼ਬਦ ਹੁੰਦਾ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੇ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਪ੍ਰਣਮੈ ਉੱਥੇ ਜਿਹੜਾ ਆਇਆ ਨਾ, ਆਪ ਛੱਡ ਸਦਾ ਰਹੇ ਪਰਨੈ, ਪਰਨੇ ਦਾ ਅਰਥ ਹੁੰਦਾ ਆਸਰਾ। ਔਰ ਇਹ ਜਿਹੜਾ ਗਲ 'ਚ ਕੱਪੜਾ ਪਾਇਆ ਜਾਂਦਾ ਸੀ ਨਾ, ਇਹਨੂੰ ਵੀ ਪਰਨਾ ਤਾਂ ਕਿਹਾ ਗਿਆ ਕਿਉਂਕਿ ਇਹ ਬੰਦੇ ਦਾ ਬਹੁਤਾਤ ਆਸਰਾ ਬਣ ਗਿਆ ਸੀ। ਤੁਸੀਂ ਪੁਰਾਣੇ ਟਾਈਮ ਦੇ ਵਿੱਚ ਨਿਗਾਹ ਮਾਰ ਕੇ ਵੇਖ ਲਓ, ਜਦੋਂ ਨਹਾਉਣ ਜਾਣਾ ਨਦੀ ਤੇ ਇਹਦੇ ਨਾਲ ਹੀ ਪਿੰਡਾ ਪੂੰਝ ਲੈਣਾ, ਕੋਈ ਵੱਖਰੇ ਟਾਵਲ ਨਹੀਂ ਸਨ ਬੰਦਿਆਂ ਨੇ ਚੱਕੇ ਹੁੰਦੇ, ਇਹਦੇ ਨਾਲ ਹੀ।
ਜੇ ਆਉਂਦਿਆਂ ਆਉਂਦਿਆਂ ਘਰ ਲੱਕੜਾਂ ਲਿਆਉਣੀਆਂ ਨੇ, ਇਹਦੇ ਨਾਲ ਹੀ ਗੰਢ ਬੰਨ੍ਹ ਲੈਣੀ, ਇਸੇ ਨੂੰ ਲੱਕ ਨਾਲ ਬੰਨ੍ਹ ਲੈਣਾ, ਇਸੇ ਨਾਲ ਚੀਜ਼ਾਂ ਬੰਨ੍ਹ ਕੇ ਲੈਣੀਆਂ। ਇਹ ਬੜੇ ਕੰਮ ਆਉਂਦਾ ਸੀ। ਆਸਰਾ ਬਣ ਗਿਆ ਬੰਦੇ ਦਾ, ਆਸਰੇ ਤੋਂ ਸ਼ਬਦ ਬਣ ਗਿਆ ਪਰਣਾ, ਗਲ 'ਚ ਪਰਣਾ ਪਿਆ ਹੋਇਆ। ਸੋ ਜਿਹੜੀ ਸ਼ਬਦਾਵਲੀ ਹੈ ਨਾ, ਉਹਦੇ ਪਿੱਛੇ ਕੋਈ ਭਾਵ ਨੇ। ਉਹ ਜਦੋਂ ਮਹਾਰਾਜ ਜੀ ਨੇ ਵਰਤੇ, ਉੱਥੇ ਮਹਾਰਾਜ ਕਿਸ ਅਵਸਥਾ ਤੇ ਜਾ ਕੇ ਕਹਿ ਰਹੇ ਨੇ, ਕਿਸ ਨੂੰ ਸੰਬੋਧਿਤ ਕਰ ਰਹੇ ਨੇ। ਇੱਦਾਂ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚ ਸ਼ਬਦਾਵਲੀ ਦੀ ਚੋਣ ਹੈ ਨਾ, ਉਹ ਨਰ, ਪ੍ਰਾਣੀ, ਜਨ, ਇਹ ਸ਼ਬਦ ਜ਼ਿਆਦਾ ਮਕਬੂਲ ਨੇ, ਜ਼ਿਆਦਾ ਹੋਣਗੇ। ਤੁਸੀਂ ਅਧਿਐਨ ਕਰਕੇ ਵੇਖ ਲਓ। ਉਹਦਾ ਰੀਜ਼ਨ ਹੈ ਮਹਾਰਾਜ ਬਾਹਰ ਰਹੇ ਨੇ, ਦੂਜੇ ਲੋਕਾਂ ਨੂੰ ਮਿਲੇ ਨੇ, ਆਮ ਸਧਾਰਨ ਲੋਕਾਂ ਨਾਲ ਵਾਰਤਾਂ ਹੋਈਆਂ ਨੇ। ਗੁਰੂ ਮਹਾਰਾਜ ਦੇ ਜਿਵੇਂ ਸ਼ਬਦ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਉੱਥੇ ਨਰ ਆਇਆ ਨਾ। ਕੱਲਾ ਸਿੱਖ ਥੋੜਾ ਕਿ ਵੀ ਦੁੱਖ 'ਚ ਦੁੱਖ ਨਾ ਮੰਨੇ, ਬੰਦੇ ਦੀ ਗੱਲ ਹੋ ਰਹੀ ਹੈ, ਇਨਸਾਨ ਦੀ ਗੱਲ ਹੋ ਰਹੀ ਹੈ, ਕੋਈ ਵੀ ਹੋਵੇ। ਜਦੋਂ ਕੋਈ ਆਪਣੇ ਤੇ ਲਾਗੂ ਕਰਕੇ ਵੇਖ ਰਿਹਾ ਹੋਏਗਾ ਨਾ, ਉਸ ਵੇਲੇ ਉਹਨੂੰ ਲੱਗਦਾ ਹੋਏਗਾ ਕਮਾਲ ਦੀ ਗੱਲ ਹੈ ਜੀ। ਇਹ ਤਾਂ ਇਹਦੇ 'ਚ ਕਿਸੇ ਖਾਸ ਵੇਸ਼ ਭੂਸ਼ਾ ਤੇ ਖਾਸ ਕਿਸੇ ਗੁਰੂ ਦੇ ਸਿੱਖ ਦੀ ਗੱਲ ਨਹੀਂ ਚੱਲ ਰਹੀ, ਇੱਕ ਇਨਸਾਨ ਦੀ, ਇੱਕ ਨਰ ਦੀ ਕਹਾਣੀ ਚੱਲ ਰਹੀ ਹੈ। ਸੋ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਮਹਾਰਾਜ ਨੇ ਪ੍ਰਾਣੀ ਸ਼ਬਦ ਵਰਤਿਆ ਇੱਥੇ ਅੱਜ ਦੇ ਸ਼ਲੋਕ ਦੇ ਵਿੱਚ, ਜੋ ਕਿ ਪ੍ਰਾਣਾਂ ਨਾਲ ਸੰਬੰਧਿਤ ਹੈ। ਇਸੇ ਤੋਂ ਪ੍ਰਾਣਾਯਾਮ ਬਣਿਆ, ਸਾਹਾਂ ਦੇ ਨਾਲ, ਪ੍ਰਾਣ ਜਿਹਦੇ ਪ੍ਰਾਣ ਚੱਲ ਰਹੇ ਨੇ, ਸਾਹ ਚੱਲ ਰਹੇ ਨੇ। ਸੋ ਮਹਾਰਾਜ ਜੀ ਨੇ ਇੱਕ ਕਾਮਨ ਸ਼ਬਦ ਵਰਤ ਕੇ ਆਖਿਆ ਪ੍ਰਾਣੀ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸ਼ਬਦ ਬੜੀ ਵਾਰੀ ਆਇਆ, ਤੁਹਾਨੂੰ ਸ਼ਬਦ ਯਾਦ ਵੀ ਹੋਏਗਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫਕੜਿਆ ਸਭ ਮੁਕਦੀ ਚੱਲੀ ਰਹਿਣ। ਕਾਮਨ ਹੈ, ਸਾਰਿਆਂ ਨੂੰ ਮਹਾਰਾਜ ਕਹਿ ਰਹੇ ਨੇ, ਸਾਰੇ ਇਸ ਕੰਮ ਨੂੰ ਆਏ ਹੋ, ਆਪਾਂ ਇਹੀ ਕਰਮ ਕਰਨ ਲਈ ਆਏ ਆ ਧਰਤੀ ਤੇ। ਇਹ ਠੀਕ ਹੈ ਕੋਈ ਜੈਨੀ, ਬੋਧੀ, ਮੁਸਲਮਾਨ, ਸਿੱਖ ਕੋਈ ਕੁਝ ਕਹਾ ਰਿਹਾ ਹੈ, ਪਰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਅਸੀਂ ਲਾਹਾ ਲੈਣ ਹੀ ਆਏ ਹਾਂ। ਬਸ ਇਨਸਾਨੀ ਜੀਵਨ ਨੂੰ ਖੱਟਣ ਆਏ ਆ, ਆਪਣੇ ਜੀਵਨ ਦੇ ਵਿੱਚ ਸਕੂਨ ਮਾਣਨ, ਸ਼ਾਂਤੀ ਪੈਦਾ ਕਰਨ, ਟਿਕਾ, ਸਹਿਜ, ਧੀਰਜ, ਪਰਉਪਕਾਰ, ਹਲੀਮੀ, ਇਹ ਸਾਰੇ ਗੁਣ ਇਕੱਠੇ ਕਰਨ ਆਏ ਆ, ਲਾਹਾ ਲੈਣ ਆਏ ਆ। ਸੋ ਇਸੇ ਤਰੀਕੇ ਨਾਲ ਜਿਹੜਾ ਪ੍ਰਾਣੀ ਸ਼ਬਦ ਹੈ, ਨਾਲ ਨਾਲ ਇੱਕ ਗੱਲ ਹੋਰ ਧਿਆਨ ਰੱਖੀਏ, ਇੱਕੋ ਪੰਕਤੀ ਵਿੱਚ ਮਹਾਰਾਜ ਨੇ ਵੇਖੋ ਦੋ ਚੀਜ਼ਾਂ ਵੱਖਰੇ ਵਰਤ ਦਿੱਤੀਆਂ। ਗੁਰੂ ਮਹਾਰਾਜ ਨੇ ਉਦਾਹਰਣ ਦੇ ਕੇ ਸਿੱਖ ਨੂੰ ਗੱਲ ਸਮਝਾਈ ਹੈ, ਪਰ ਪ੍ਰਾਣੀ ਕਾਮਨ ਸ਼ਬਦ ਵਰਤ ਦਿੱਤਾ। ਮਹਾਰਾਜ ਕਹਿੰਦੇ ਨੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਪਹਿਲਾਂ ਉਦਾਹਰਣ ਪ੍ਰਾਣੀ ਲਈ ਵਰਤੀ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ, ਉਹ ਵੱਖਰਾ ਕਰਤਾ। ਕਿਉਂਕਿ ਜਿਹੜਾ ਗੁਰੂ ਦੇ ਨਾਲ ਗੂੜਾ ਰਿਲੇਸ਼ਨ ਬਣਾਈ ਬੈਠਾ ਨਾ, ਉਹ ਸਿੱਖ ਹੈ, ਜਿਹਦੇ ਉੱਤੇ ਤੇ ਗੁਰੂ ਦੀ ਚੱਲਦੀ ਹੈ, ਜਿਹਦੇ ਉੱਤੇ ਗੁਰੂ ਮਹਾਰਾਜ ਜੀ ਦੀ ਚੱਲਣੀ ਹੈ। ਅਸਲ ਦੇ ਵਿੱਚ ਉਹਨੇ ਕਮਿਟਮੈਂਟ ਕਰਤੀ ਹੈ। ਇੱਕ ਆਮ ਬੰਦਾ ਕਮਿਟਮੈਂਟ ਕਰੇ ਜਾਂ ਨਾ ਕਰੇ, ਓਪਨ ਹੈ, ਉਹ ਕਿੰਨੇ ਪਰਸੈਂਟ ਉਹਨੇ ਮੰਨਣੀ ਹੈ, ਕਿੰਨੇ ਨਹੀਂ ਮੰਨਣੀ, ਬਿਲਕੁਲ ਓਪਨ ਗਰਾਊਂਡ ਹੈ ਉਹਦੇ ਵਾਸਤੇ, ਉਹਦੀ ਚੁਆਇਸ ਹੈ। ਪਰ ਸਿੱਖ ਲਈ ਚੁਆਇਸ ਨਹੀਂ ਰਹਿ ਜਾਂਦੀ, ਇਹ ਫਰਕ ਹੈ ਇੱਕ। ਉਹ ਹੁਣ ਆਮ ਨਹੀਂ ਰਹਿ ਗਿਆ, ਉਹ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਅਸਲ 'ਚ। ਨਹੀਂ ਤੇ ਅਸੀਂ ਉੱਦਾਂ ਤੇ ਇਨਸਾਨ ਆ ਨਾ, ਆ ਜਿਹੜੇ ਫਰਕ ਨਹੀਂ ਸਮਝਦੇ ਧਰਮ ਦੇ ਵਿੱਚ ਤੇ ਇਨਸਾਨੀਅਤ ਦੇ ਵਿੱਚ, ਉਹ ਰਲਗੜ ਕਰ ਦਿੰਦੇ ਨੇ। ਅੱਜ ਬੜਾ ਤੁਸੀਂ ਵੇਖੋ ਕੁਝ ਪ੍ਰਚਾਰਕਾਂ ਰਾਹੀਂ ਰੌਲਾ ਵੀ ਪਿਆ ਹੋਇਆ ਕੌਮ ਦੇ ਵਿੱਚ। ਉਹ ਕਹਿੰਦੇ ਨੇ ਕੀ ਲੋੜ ਹੈ ਜੀ, ਦੱਸੋ ਧਰਮ ਦੇ ਵਿੱਚ ਦਸਤਾਰ ਕਿੱਥੋਂ ਆ ਗਈ, ਧਰਮ ਚੋਂ ਕਕਾਰ ਕਿੱਥੋਂ ਆ ਗਏ, ਧਰਮ ਚੋਂ ਲਿਪੀ ਦਾ ਕੀ ਮਤਲਬ ਹੈਗਾ। ਉਹ ਰਲਗੜ ਕਰ ਰਹੇ ਨੇ। ਅਸਲ ਦੇ ਵਿੱਚ ਸਾਡੇ ਅੰਦਰ ਕਲੀਅਰਟੀ ਨਹੀਂ ਹੋ ਰਹੀ। ਆਮ ਇਨਸਾਨਾਂ ਨੂੰ ਮਹਾਰਾਜ ਜਦੋਂ ਸੰਬੋਧਿਤ ਕਰਦੇ ਨੇ, ਉੱਥੇ ਕੋਈ ਵੀ ਗੱਲ ਲਾਗੂ ਨਹੀਂ ਕਰਦੇ। ਮਹਾਰਾਜ ਪ੍ਰੇਰਣਾ ਦਿੰਦੇ ਨੇ, ਵਿਚਾਰ ਦਿੰਦੇ ਨੇ, ਸਲਾਹ ਦਿੰਦੇ ਨੇ, ਮਸ਼ਵਰਾ ਦਿੰਦੇ ਨੇ। ਅਗਲਾ ਕਿੰਨੇ ਪਰਸੈਂਟ ਮੰਨ ਸਕਦਾ ਉਹਦੀ ਮਰਜ਼ੀ ਹੈ। ਪਰ ਜਦੋਂ ਕੋਈ ਸਿੱਖ ਬਣ ਗਿਆ, ਜਿਹਨੇ ਕਮਿਟਮੈਂਟ ਕਰਤੀ, ਉੱਥੇ ਫਿਰ ਕੋਈ ਆਪਸ਼ਨ ਥੋੜਾ ਰਹਿ ਗਈ ਮੈਂ ਇੰਨੀ ਗੱਲ ਮੰਨਣੀ ਤੇ ਗੁਰੂ ਦੀ ਇੰਨੀ ਨਹੀਂ ਮੰਨਣੀ। ਇਹੀ ਕਾਰਨ ਹੈ ਨਾ, ਹੁਣ ਇਕੱਠ ਤੇ ਕਿੱਡਾ ਵੱਡਾ ਹੋਇਆ ਅਨੰਦਪੁਰ ਸਾਹਿਬ। ਮਹਾਰਾਜ ਨੇ ਜਦੋਂ ਸੀਸ ਦੀ ਮੰਗ ਕੀਤੀ ਤੇ ਉਦੋਂ ਸਟੇਜ ਤੇ ਲਿਆ ਕੇ ਖੜੇ ਕਰਤੇ ਉਹ ਬੰਦੇ, ਮੰਗ ਕੀਤੀ, ਡਿਮਾਂਡ। ਔਰ ਨਾਲ ਇਹ ਆਖਿਆ ਕਿ ਮੈਂ ਇਹ ਨਹੀਂ ਕਹਿੰਦਾ ਭਾਈ ਦਇਆ ਸਿੰਘ ਜੀ ਤੁਸੀਂ ਵੀ ਆ ਜਾਓ ਸਟੇਜ ਤੇ, ਹਿੰਮਤ ਸਿੰਘ ਜੀ ਤੁਸੀਂ ਉੱਠ ਕੇ ਇੱਧਰ ਆ ਜਾਓ, ਨਹੀਂ। ਉਸ ਤੋਂ ਪਹਿਲਾਂ ਉਹ ਪ੍ਰਾਣੀ, ਆਮ ਮਨੁੱਖ, ਇਨਸਾਨ, ਜੀਵਨ ਜਿਉਣ ਵਾਲਾ
ਭਾਵੇਂ ਗੁਰੂ ਦਰ ਨਾਲ ਜੁੜਿਆ ਹੋਇਆ ਕਈ ਸਾਲਾਂ ਤੋਂ, ਪਰ ਜਦੋਂ ਕਲਗੀਧਰ ਮਹਾਰਾਜ ਪਹੁਲ ਦੇਣ ਜਾ ਰਹੇ ਨੇ, ਜਦੋਂ ਉਹਦੇ ਨਾਲ ਪਿਆਰਾ ਸ਼ਬਦ ਜੁੜਨਾ ਹੈ, ਉਹਨੂੰ ਕਿਸੇ ਅਹੁਦੇ ਤੇ ਬਿਠਾਉਣਾ ਹੈ, ਉਹਨੂੰ ਜ਼ਿੰਮੇਵਾਰੀਆਂ ਦੇਣੀਆਂ ਨੇ, ਉੱਥੇ ਰੂਲ ਲਾਗੂ ਹੋਣਗੇ ਉਹਦੇ ਉੱਤੇ। ਕੁਝ ਉੱਥੇ ਉਹ ਭੱਜ ਨਹੀਂ ਸਕਦਾ। ਇਸ ਕਰਕੇ ਸਿੱਖ ਘਾਉਣ ਵਾਲੇ ਲਈ ਆਪਸ਼ਨ ਨਹੀਂ ਹੁੰਦੀ ਤੁਸੀਂ ਕਕਾਰ ਪਾਓ ਤਾਂ ਵੀ ਠੀਕ ਹੈ, ਨਹੀਂ ਪਾਓ ਤਾਂ ਵੀ ਠੀਕ ਹੈ, ਤੁਸੀਂ ਕੇਸ ਰੱਖੋ ਤੇ ਜਾਂ ਦਸਤਾਰ ਬੰਨੋ। ਨਹੀਂ, ਰਲਗਟ ਨਾ ਕਰੀਏ ਆਪਾਂ ਮਾਈਂਡ ਵਿੱਚ। ਇਹ ਰਿਪਰੈਜ਼ੈਂਟ ਕਰਦੀ ਕਿਸੇ ਚੀਜ਼ ਨੂੰ। ਦਸਤਾਰ ਕੋਈ ਕੱਪੜਾ ਨਹੀਂ ਹੁੰਦਾ ਕਿ ਇਹ 6-7 ਮੀਟਰ ਕੱਪੜਾ ਲਪੇਟ ਲਓ, ਨਾ ਲਪੇਟੋ। ਗੱਲ ਤੇ ਇਨਸਾਨ ਦੀ, ਇਨਸਾਨੀਅਤ ਦੀ ਹੈ। ਉਹ ਕਿਸੇ ਗੱਲ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੈ। ਆ ਤੁਸੀਂ ਇੰਡੀਆ 'ਚ ਵੇਖਿਆ ਹੋਏਗਾ, ਜਦੋਂ ਕੋਈ ਘਰ ਦਾ ਬਜ਼ੁਰਗ ਚੜ੍ਹਾਈ ਕਰ ਜਾਂਦਾ ਸੀ ਨਾ, ਉਹਦੇ ਬਾਅਦ ਉਹਦੇ ਵੱਡੇ ਪੁੱਤ ਨੂੰ ਪਰਿਵਾਰ ਵਾਲੇ ਪਗੜੀ ਰਸਮ ਕਰਦੇ ਸਨ। ਇਹ ਹਿੰਦੂ ਮਤ ਵਿੱਚ ਵੀ ਹੈਗੀ, ਬਕਾਇਦਾ ਪਗੜੀ ਰਸਮ ਕੀਤੀ ਜਾਂਦੀ ਸੀ। ਪਗੜੀ ਕਿਉਂ ਦਿੱਤੀ ਜਾ ਰਹੀ ਹੈ ਬਈ? ਕੋਈ ਤੌਲੀਆ ਰਸਮ ਕਰ ਲਵੋ, ਕੋਈ ਚਾਦਰ ਰਸਮ ਕਰ ਲਵੋ, ਪਗੜੀ ਕਿਉਂ? ਉਹ ਜ਼ਿੰਮੇਵਾਰੀ ਦਾ ਅਹਿਸਾਸ ਹੈ ਇੱਕ ਅਸਲ ਦੇ ਵਿੱਚ। ਪੱਗ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਬਸ। ਬੰਦਾ ਜਦੋਂ ਉਹਨੂੰ ਬੰਨ ਰਿਹਾ ਹੋਵੇ ਤੇ ਅਹਿਸਾਸਾਂ ਦੇ ਨਾਲ ਬੰਨ ਰਿਹਾ ਹੋਵੇ ਕਿ ਮੈਂ ਕਿਸੇ ਗੱਲ ਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਹਾਂ। ਮੇਰੇ ਇਸ ਦਸਤਾਰ, ਮੇਰੀ ਇਸ ਲੁੱਕ ਨੂੰ ਵੇਖ ਕੇ ਬਹੁਤ ਕੁਝ ਵਿਆਖਿਆ ਹੋਏਗੀ ਸਮਾਜ ਦੇ ਵਿੱਚ। ਉਹ ਜਦੋਂ ਇਹ ਗੱਲ ਦਾ ਧਿਆਨ ਰੱਖ ਕੇ ਚੱਲੇਗਾ, ਉਹ ਦਸਤਾਰ ਦੇ ਅੰਦਰ ਜੋ ਮਾਈਂਡ ਹੋਣਾ ਨਾ, ਜਿਹਨੂੰ ਬਾਣੀ ਮਤ ਕਹਿੰਦੀ ਹੈ, ਸੁਰਤ ਕਹਿੰਦੀ ਹੈ, ਵਿਵੇਕ ਕਹਿੰਦੀ ਹੈ, ਬੁੱਧ ਕਹਿੰਦੀ ਹੈ, ਉਹ ਗੁਰੂ ਅਕੋਰਡਿੰਗ ਚੱਲੇ, ਉਹਨੂੰ ਗੁਰੂ ਸ਼ਬਦ ਕੱਢ ਦੇਵੇ, ਉਹਦਾ ਪ੍ਰਗਟਾਵਾ ਹੋਏਗਾ ਬਸ ਬਾਹਰੋਂ। ਇਹ ਜਿੰਨੇ ਕਕਾਰ ਨੇ ਉਹਨਾਂ ਦੀ ਆਪਣੀ ਥਾਂ ਲੋੜ ਹੈ, ਵਰਤੋਂ ਹੈ, ਪਰ ਕਿਸੇ ਚੀਜ਼ ਨੂੰ ਉਹ ਰਿਪਰੈਜ਼ੈਂਟ ਕਰੇਗਾ। ਹੁਣ ਆਰਮੀ ਹੈ, ਮੰਨ ਲਓ ਅਮਰੀਕਾ ਦੀ ਆਰਮੀ ਹੈ, ਆਰਮੀ ਵਾਲਾ ਬੰਦਾ ਕਾਲੇ ਗਵਰਨਮੈਂਟ ਨੂੰ ਕਵੇ ਚਲਾਉਣੀ ਤੇ ਆਖਿਰ ਗਨੀ ਹੈ। ਆ ਡਰੈਸਾਂ ਕਿਉਂ ਪਾਉਂਦੇ ਫਿਰਦੇ ਹੋ ਸਾਨੂੰ? ਇੱਥੇ ਬਿੱਲੇ ਲਾ ਲਓ, ਇੱਥੇ ਬਿੱਲੇ ਲਾ ਲਓ, ਇਹਦਾ ਕੀ ਫਰਕ ਪੈਣਾ? ਲੜਨੀ ਤਾਂ ਜੰਗ ਹੈ ਸਾਨੂੰ। ਆਖਿਰ ਸਾਹਮਣੇ ਆਏ ਬੰਦੇ ਸਾਹਮਣੇ ਬਿੱਲੇ ਕੀ ਕਰਨਗੇ ਸਾਡੇ ਟੰਗੇ ਹੋਏ? ਉਹਨਾਂ ਨੇ ਕਹਿਣਾ ਨਹੀਂ, ਤੂੰ ਅਮਰੀਕਾ ਨੂੰ ਰਿਪਰੈਜ਼ੈਂਟ ਕਰ ਰਿਹਾ, ਅਮਰੀਕਾ ਵੱਲੋਂ ਲੜਨਾ ਹੈ, ਪਤਾ ਤਾਂ ਲੱਗੇ ਤੂੰ ਕਿਹਦੇ ਵੱਲੋਂ ਲੜ ਰਿਹਾ। ਉਹ ਨਿਸ਼ਚਿਤ ਹੋਏਗੀ, ਉਹ ਉੱਥੇ ਹੀਲ ਹੁਜ਼ਤ ਨਹੀਂ ਕਰ ਸਕਦਾ, ਉਹ ਕੁਐਸਚਨ ਮਾਰਕ ਨਹੀਂ ਲਾ ਸਕਦਾ ਉਹਦੇ ਨਾਂ ਤੇ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਆਖਿਆ, ਜੋ ਪ੍ਰਾਣੀ ਜਲ ਬਿਨ ਹੈ ਮਰਤਾ। ਕਾਮਨ ਗੱਲ ਕਹਿਤੀ ਪਹਿਲਾਂ, ਜਿਵੇਂ ਕੋਈ ਬੰਦਾ, ਕੋਈ ਪ੍ਰਾਣੀ, ਕੋਈ ਇਨਸਾਨ, ਕੋਈ ਵੀ ਹੋਵੇ, ਉਹ ਪਾਣੀ ਤੋਂ ਬਗੈਰ ਮਰ ਜਾਏਗਾ। ਉਹਨੂੰ ਪਾਣੀ ਨਾ ਮਿਲੇ ਪਿਆਸਾ ਹੀ ਮਰ ਜਾਏਗਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਮਹਾਰਾਜ ਕਹਿੰਦੇ ਨੇ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਜਿਹੜਾ ਗੁਰੂ ਨਾਲ ਕਮਿਟਮੈਂਟ ਕਰੀ ਬੈਠਾ ਨਾ, ਉਹ ਗੁਰੂ ਤੋਂ ਬਗੈਰ ਰਹਿ ਹੀ ਨਹੀਂ ਸਕਦਾ। ਗੁਰੂ ਬਗੈਰ ਮਰ ਜਾਏਗਾ। ਉਹ ਆਰੇ ਨਾਲ ਨਹੀਂ ਮਰੇਗਾ, ਉਹ ਬੰਦ ਕਟਾਇਆ ਨਹੀਂ ਮਰੇਗਾ। ਇਹ ਤੇ ਸਰਕਾਰਾਂ ਦੇ ਭੁਲੇਖੇ ਨੇ। ਉਹ ਤਤੀ ਤਵੀ ਤੇ ਬੈਠਿਆ ਨਹੀਂ ਮਰੇਗਾ। ਉਹਨੇ ਅਗਰ ਮਰਨਾ ਹੈ ਨਾ, ਸਿੱਖ ਵਾਲੇ ਪਾਸਿਓਂ ਮਰਨਾ ਹੈ, ਸਿੱਖ ਵਾਲੇ ਪਾਸਿਓਂ ਖਤਮ ਹੋਣਾ ਹੈ, ਤੇ ਉਹ ਗੁਰੂ ਤੋਂ ਟੁੱਟ ਕੇ ਹੋਏਗਾ। ਤੇ ਉਹ ਸਿੱਖ ਗੁਰ ਬਿਨ ਮਰ ਜਾਏ। ਉਹ ਫਿਰ ਦੇਖਣ ਨੂੰ ਤਾਂ ਤੁਹਾਨੂੰ ਬੜਾ ਕੁਝ ਲੱਗੇਗਾ, ਸਿੱਖ ਨਹੀਂ ਹੋਏਗਾ। ਉਹ ਅੰਦਰੋਂ ਚੀਜ਼ ਮਰ ਚੁੱਕੀ ਹੋਏਗੀ, ਉਹਦੇ ਸਿੱਖਿਆ ਹੀ ਨਹੀਂ ਹੋਏਗੀ ਜਦੋਂ ਗੁਰੂ ਦੀ। ਸੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਪ੍ਰਾਣੀ ਆਮ ਮਨੁੱਖ ਨੂੰ, ਇਨਸਾਨ ਨੂੰ, ਕਾਮਨ, ਕਛੂ ਨਾ ਚੇਤਈ, ਕੁਝ ਵੀ ਨਹੀਂ ਚੇਤੇ। ਆਪਣੇ ਚੇਤਨਤਾ ਦੇ ਵਿੱਚ ਤੂੰ ਇਹ ਗੱਲ ਧਿਆਨ 'ਚ ਲਿਆਈ ਨਹੀਂ ਕਦੀ ਵੀ ਕਿ ਬਈ ਇਨਸਾਨੀ ਜੀਵਨ ਦੇ ਫਰਜ਼ ਕੀ ਹੁੰਦੇ ਨੇ, ਕਰਨਾ ਕੀ ਹੁੰਦਾ, ਆਖਿਰ ਇਹ ਜੀਵਨ ਕਿੰਨਾ ਪਰਉਪਕਾਰੀ ਹੈ, ਇਹਦੇ ਤੋਂ ਕੀ ਲਾਹਾ ਲਿਆ ਜਾ ਸਕਦਾ। ਇਹ ਗੱਲ ਕਦੀ ਚਿੰਤਨ 'ਚ ਨਹੀਂ ਲਿਆਂਦੀ ਤੁਸੀਂ। ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਦ। ਮਹਾਰਾਜ ਕਹਿੰਦੇ ਨੇ, ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਮਗਨ ਹੈ। ਹੁਣ ਇੱਥੇ ਮਦ ਦਾ ਅਰਥ ਹੈ ਨਸ਼ਾ, ਮਾਇਆ ਦਾ ਅਰਥ ਹੈ। ਪਿਛਲੇ ਦਿਨਾਂ ਦੇ ਵਿੱਚ ਵੀ ਇਹਦੀ ਵਿਆਖਿਆ ਸਾਂਝੀ ਕੀਤੀ ਸੀ। ਮਾਇਆ ਕੱਲੀ ਕਰੰਸੀ ਨਹੀਂ, ਹਾਂ ਉਹ ਵੀ ਵਿੱਚ ਹੀ ਆਉਂਦੀ ਹੈ, ਉਹ ਬਾਹਰ ਨਹੀਂ, ਪਰ ਹਰ ਇੱਕ ਉਹ ਵਸਤ, ਇੱਕ ਉਹ ਚੀਜ਼ ਜਿਹਦੇ ਨਾਲ ਇੰਨੀ ਅਟੈਚਮੈਂਟ ਸਾਡੀ ਬਣ ਜਾਏ ਕਿ ਪ੍ਰਭੂ ਵਿਸਰ ਜਾਏ, ਉਹ ਮਾਇਆ ਹੋ ਜਾਂਦੀ ਹੈ। ਉਹ ਕੁਝ ਵੀ ਹੋ ਸਕਦਾ, ਸਾਡਾ ਜਿਸਮ ਵੀ ਹੋ ਸਕਦਾ, ਸਾਡੇ ਜਿਸਮ ਤੋਂ ਪੈਦਾ ਹੋਏ ਸਾਡੇ ਬੱਚੇ ਵੀ ਹੋ ਸਕਦੇ ਨੇ, ਮਾਂ ਬਾਪ ਵੀ ਹੋ ਸਕਦੇ ਨੇ, ਘਰ ਪਰਿਵਾਰ, ਕਾਰ ਕੋਠੀ ਵੀ ਹੋ ਸਕਦੀ, ਕੋਈ ਵੀ ਚੀਜ਼। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਬਸ ਇਹ ਮਾਇਆ ਦੀ ਬਾਣੀ ਦੇ ਵਿੱਚ ਇੱਕ ਵੱਖਰੀ ਪਰਿਭਾਸ਼ਾ ਦਿੱਤੀ ਮਹਾਰਾਜ ਜੀ ਨੇ।
ਮਦ ਮਾਇਆ ਕੈ ਅੰਧ, ਮਟੀਰੀਅਲ ਨਾਲ ਜੁੜ ਕੇ, ਸਥੂਲ ਨਾਲ ਜੁੜ ਕੇ, ਔਰ ਉਹਦੇ ਵਿੱਚ ਲੋਭ, ਲਾਲਚ, ਮੋਹ ਉਹ ਵਰਕ ਕਰ ਰਿਹਾ। ਇਸ ਚੀਜ਼ ਦੀ ਅਟੈਚਮੈਂਟ ਦੇ ਵਿੱਚ, ਇਸ ਚੀਜ਼ ਦੇ ਨਸ਼ੇ ਦੇ ਵਿੱਚ ਇੰਨਾ ਗਰੂਰ ਹੋ ਚੁੱਕਾ ਹੈ, ਤੈਨੂੰ ਇਹ ਨਹੀਂ ਗੱਲ ਚੇਤੇ ਹੈਗੀ, ਪ੍ਰਾਣੀ ਕਛੂ ਨਾ ਚੇਤੇ, ਕਿ ਆਖਿਰ ਇਹਨਾਂ ਹੱਥਾਂ ਨਾਲ ਕਿੰਨੇ ਚੰਗੇ ਕੰਮ ਕਰ ਲੈਣੇ ਸਨ, ਇਹਨਾਂ ਅੱਖਾਂ ਨਾਲ ਕਿੰਨਾ ਚੰਗਾ ਤੱਕ ਲੈਣਾ ਸੀ ਕੁਦਰਤ ਨੂੰ, ਉਧਰ ਗਿਆ ਹੀ ਨਹੀਂ। ਆਤਮਕ ਪੱਧਰ ਵਾਲੇ ਪਾਸੇ ਕੁਝ ਵੀ ਚੇਤੇ ਨਹੀਂ ਕੀਤਾ, ਧਿਆਨ ਹੀ ਨਹੀਂ ਰੱਖੀ ਇਹ ਗੱਲ। ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਹੁਣ ਜਮ ਸ਼ਬਦ ਭਾਰਤੀ ਖਿੱਤੇ ਦੇ ਵਿੱਚ, ਸੰਸਕ੍ਰਿਤ ਦੇ ਵਿੱਚ ਮਰਨ ਦੇ ਬਾਅਦ ਬੰਦੇ ਇਨਸਾਨ ਨਾਲ ਜੁੜੇ ਹੋਏ ਉਹ ਫਰਿਸ਼ਤਿਆਂ ਦੇ ਲਈ ਲਫ਼ਜ਼ ਵਰਤਿਆ ਜਾਂਦਾ ਸੀ, ਇਹਨੂੰ ਜਮ ਲੈਣ ਆਏ ਨੇ। ਮਹਾਰਾਜ ਕਹਿੰਦੇ ਨੇ, ਜਿਉਂਦੇ ਜੀ ਇਹ ਵਿਕਾਰ ਰੂਪੀ ਜਮਾਂ ਦੇ ਕੰਟਰੋਲ ਦੇ ਵਿੱਚ ਚਲਾ ਜਾਂਦਾ ਹੈ ਬੰਦਾ। ਪਰਤ ਤਾਹੇ ਜਮ ਫੰਦ, ਫੰਦ ਦਾ ਅਰਥ ਹੈ ਫੰਦਾ, ਫਾਹੀ, ਜਾਲ। ਵਿਕਾਰਾਂ ਦਾ ਜਾਲ ਇੰਨਾ ਪਸਰ ਜਾਂਦਾ, ਇਹਨੂੰ ਪਤਾ ਹੀ ਨਹੀਂ ਲੱਗਦਾ। ਕਹੋ ਨਾਨਕ ਬਿਨ ਹਰ ਭਜਨ, ਇਹ ਸਾਰਾ ਰੀਜ਼ਨ, ਸਾਰਾ ਕਾਰਨ ਹੋਇਆ ਕਿਉਂ? ਬਿਨ ਹਰ ਭਜਨ। ਬਿਨ ਹਰ ਭਜਨ ਨਹੀਂ ਛੁਟਕਾਰਾ, ਨਹੀਂ ਛੁੱਟਿਆ ਜਾ ਸਕਦਾ। ਤੇ ਭਜਨ ਦਾ ਅਰਥ ਅਸੀਂ ਬੰਦਗੀ ਤੋਂ ਲੈਂਦੇ ਹਾਂ, ਭਜਨ ਦਾ ਅਰਥ ਅਸੀਂ ਕਿਤੇ ਪਰਮੇਸ਼ਵਰ ਦੇ ਜਾਪ ਨਾਲ ਲੈਂਦੇ ਹਾਂ, ਭਗਤੀ ਨਾਲ ਲੈਂਦੇ ਹਾਂ। ਸੋ ਵੱਖਰੇ ਵੱਖਰੇ ਵਰਡ ਜ਼ਰੂਰ ਬਾਣੀ 'ਚ ਆਏ ਨੇ, ਪਰ ਇੱਥੇ ਭਾਵ ਇਹ ਹੈ, ਬਿਨ ਹਰ, ਬਿਨਾਂ ਪਰਮੇਸ਼ਵਰ ਵਾਹਿਗੁਰੂ ਦੀ ਹੋਂਦ ਤੇ ਉਹਦੇ ਸ਼ੁਭ ਗੁਣਾਂ ਦੀ ਪ੍ਰੈਕਟਿਸ ਤੋਂ ਬਗੈਰ ਇਹ ਅਵਗੁਣਾਂ ਦੇ ਜਮਾਂ ਦੇ ਕੰਟਰੋਲ 'ਚ ਜਾ ਰਿਹਾ ਹੁੰਦਾ। ਦੋ ਹੀ ਤਾਂ ਚੀਜ਼ਾਂ ਨੇ ਸਾਧ ਸੰਗਤ ਜੀ, ਜਾਂ ਬੰਦਾ ਗੁਣਾਂ ਦੀ ਚੋਣ ਕਰ ਸਕਦਾ, ਉਹਨੂੰ ਜੀ ਸਕਦਾ, ਜਾਂ ਅਵਗੁਣਾਂ ਦੇ ਘੇਰੇ 'ਚ ਆ ਸਕਦਾ। ਜਿਵੇਂ ਬਾਣੀ ਕਹਿੰਦੀ, ਲੋਕ ਅਵਗੁਣਾ ਕੀ ਬੰਨੇ ਗੰਠੜੀ ਗੁਣ ਨਾ ਬਿਹਾਜੈ ਕੋਏ। ਦੋ 'ਚੋਂ ਇੱਕ ਦੀ ਚੋਣ ਤਾਂ ਕਰੇਗਾ ਨਾ ਬੰਦਾ। ਜਦੋਂ ਅੰਦਰ ਤ੍ਰਿਸ਼ਨਾ ਕੰਮ ਕਰ ਰਹੀ ਹੋਏਗੀ, ਤ੍ਰਿਸ਼ਨਾਲੂ ਹੈ ਬੰਦਾ, ਸਕਿੰਟ ਲਈ ਉਹਦੇ ਅੰਦਰ ਸੋਚ ਚੱਲ ਰਹੀ ਤ੍ਰਿਸ਼ਨਾ ਦੀ, ਉਦੋਂ ਸੰਤੋਖ ਨਹੀਂ ਉਹਦੇ ਅੰਦਰ ਆ ਸਕਦਾ। ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਜੇ ਸੰਤੋਖ ਅੰਦਰ ਹੈਗਾ, ਉਸੇ ਸੇਮ ਵਕਤ ਤ੍ਰਿਸ਼ਨਾ ਨਹੀਂ ਅੰਦਰ ਹੋ ਸਕਦੀ, ਉਦੋਂ ਸੰਤੋਖੀ ਹੋਏਗਾ ਬੰਦਾ। ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ 'ਚ ਨੋਟ ਰੱਖਿਓ ਜੇ, ਆਪਾਂ ਜਪਜੀ ਦੀ ਬਾਣੀ ਵਿੱਚ ਵੀ ਇਹ ਸ਼ਬਦ ਵਰਤਦੇ ਹਨ ਨਾ, ਜਿਹਨੂੰ ਆਪਾਂ ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚੱਲਾ ਮੈਂ। ਆਪਾਂ ਇਹਦੇ ਭਾਵ ਲੈਂਦੇ ਹਾਂ ਕਿ ਸੰਜੋਗ ਮਿਲਣਾ, ਵਿਜੋਗ ਵਿਛੜਨਾ। ਸੰਜੋਗ ਤੇ ਵਿਜੋਗ, ਮਿਲਣ ਤੇ ਵਿਛੜਨ ਦਾ ਹੀ ਬਸ ਦੁਨੀਆ ਚੱਲ ਰਹੀ ਹੈ। ਇਹਦੇ ਡੀਪਲੀ ਭਾਵ ਥੋੜ੍ਹੇ ਜਾਣਨ ਦੀ ਲੋੜ ਹੈ। ਸੰਜੋਗ ਕੁਝ ਮਿਲਣਾ, ਵਿਜੋਗ ਵਿਛੜਨਾ, ਬਿਲਕੁਲ ਠੀਕ ਹੈ। ਪਰ ਇੱਥੇ ਭਾਵ ਇਹ ਹੈ ਕਿ ਜਦੋਂ ਇਨਸਾਨੀ ਜੀਵਨ ਦੇ ਅੰਦਰ, ਸੁਭਾਅ ਦੇ ਅੰਦਰ ਸੰਤੋਖ ਦਾ ਸੰਜੋਗ ਬਣਦਾ ਨਾ, ਸਾਡਾ ਸੰਤੋਖ ਨਾਲ ਸੰਜੋਗ ਬਣਿਆ, ਸਾਥ ਬਣਿਆ, ਤੇ ਤ੍ਰਿਸ਼ਨਾ ਨਾਲ ਵਿਜੋਗ ਹੋ ਜਾਏਗਾ। ਜਦੋਂ ਤ੍ਰਿਸ਼ਨਾ ਨਾਲ ਸੰਜੋਗ ਪੈ ਗਿਆ ਬੰਦੇ ਦਾ, ਤੇ ਸੰਤੋਖ ਨਾਲ ਵਿਜੋਗ ਹੋਏਗਾ। ਧਿਆਨ ਨਾਲ ਸੁਣਿਓ ਇਹ ਗੱਲ। ਲੋਭ ਹੈ, ਪਿਆਰ ਹੈ, ਦੋ ਅਪੋਜਿਟ ਚੀਜ਼ਾਂ ਨੇ। ਜਦੋਂ ਬੰਦਾ ਪਿਆਰ ਆਪਣੇ ਜੀਵਨ ਦੇ ਕਰਮਾਂ ਦੇ ਵਿੱਚ ਲੈ ਆਏਗਾ, ਸੰਜੋਗ ਹੋ ਗਿਆ ਪਿਆਰ ਨਾਲ, ਉਹ ਸਾਰਿਆਂ ਨਾਲ ਹੀ ਕਰੇਗਾ ਇਕੁਅਲ ਪਿਆਰ। ਪਿਆਰ ਦਾ ਭਾਵ ਹੀ ਹੁੰਦਾ ਜਿਹਦਾ ਦਾਇਰਾ ਨਾ ਹੋਵੇ, ਲਿਮਿਟ ਨਾ ਹੋਵੇ। ਤੇ ਲੋਭ ਦਾ ਭਾਵ ਹੁੰਦਾ ਜਿਹਦਾ ਦਾਇਰਾ ਮਿਥਿਆ ਗਿਆ ਹੋਵੇ, ਇੰਨੀ ਲਿਮਿਟ ਤੱਕ ਹੀ ਬੰਦਾ ਫੋਕਸ ਕਰ ਰਿਹਾ ਹੈ। ਜਦੋਂ ਲੋਭ ਨਾਲ ਸੰਜੋਗ ਪਿਆ ਤੇ ਪਿਆਰ ਨਾਲ ਵਿਜੋਗ ਪਏਗਾ। ਇਹ ਇੱਦਾਂ ਸਾਰਾ ਕਾਰ ਵਿਹਾਰ ਦੁਨੀਆ ਦਾ ਚੱਲ ਰਿਹਾ। ਆਸਾ ਕੀ ਵਾਰਜ ਮਹਾਰਾਜ ਕਹਿੰਦੇ ਨੇ, ਵਸਤੂ ਅੰਦਰ ਵਸ ਸਮਾਵੈ, ਜੇ ਦੂਜੀ ਹੋਵੇ ਪਾਸ। ਇੱਕ ਚੀਜ਼ ਪਾਸ ਹੋ ਜਾਏਗੀ, ਚਲੀ ਜਾਏਗੀ, ਦੂਜੀ ਨੇ ਤਾਂ ਰਹਿਣਾ ਅੰਦਰ। ਦੋਵੇਂ ਨਹੀਂ ਰਹਿ ਸਕਦੀਆਂ, ਇੱਕੋ ਵਕਤ ਨਹੀਂ ਜੀ ਸਕਦੇ ਅਸੀਂ। ਸਦਾ ਬੰਦਾ 24 ਘੰਟੇ ਸੰਤੋਖੀ ਵੀ ਨਹੀਂ ਹੋ ਸਕਦਾ। ਕਿਤੇ ਨਾ ਕਿਤੇ ਕਿਸੇ ਸਕਿੰਟ ਦੇ ਵਿੱਚ ਉਹਦੇ ਤ੍ਰਿਸ਼ਨਾ ਹਾਵੀ ਹੋ ਜਾਏ। ਇੱਕ ਸਕਿੰਟ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੈ ਜਦੋਂ ਚੀਜ਼ ਹਾਵੀ ਹੁੰਦੀ ਹੈ। ਉਹਨੂੰ ਬੰਦਾ ਜਿਉਣਾ ਚਾਹੁੰਦਾ ਹੈ, ਉਹਨੂੰ ਇੰਪਲੀਮੈਂਟ ਕਰ ਰਿਹਾ ਹੁੰਦਾ। ਦੂਜੀ ਚੀਜ਼ ਉਸੇ ਵੇਲੇ ਹੀ ਵਿਛੜ ਜਾਏਗੀ, ਉਹ ਨਹੀਂ ਰਹੇਗੀ ਅੰਦਰ। ਇਹ ਹੈ ਕਹੋ ਨਾਨਕ ਬਿਨ ਹਰ ਭਜਨ, ਪਰਮੇਸ਼ਵਰ ਵਾਹਿਗੁਰੂ ਦੇ ਸ਼ੁਭ ਗੁਣਾਂ ਤੋਂ ਬਗੈਰ ਪਰਤ ਤਾਹੇ ਜਮ ਫੰਦ। ਅਗਲੇ ਸ਼ਲੋਕ ਮਹਾਰਾਜ ਕਹਿੰਦੇ, ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀਲੇ।
ਜੇ ਤੂੰ ਚਾਹੁੰਦਾ ਹੈ ਸਦੀ ਵੀ ਸੁੱਖ ਮਾਣ ਸਕੇ, ਆਤਮਿਕ ਸਕੂਨ ਮਾਣ ਸਕੇ, ਬਾਹਰ ਦੀਆਂ ਸਹੂਲਤਾਂ ਘੱਟ ਵੱਧ ਵੀ ਹੋ ਜਾਣ ਤਾਂ ਵੀ ਤੇਰਾ ਬੈਲੈਂਸ ਨਾ ਡਿੱਗੇ। ਮਹਾਰਾਜ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਰਮੇ ਹੋਏ ਪਰਮੇਸ਼ਵਰ ਵਾਹਿਗੁਰੂ ਦੀ ਸ਼ਰਨ ਲੈ। ਸਰੈਂਡਰ ਕਰਦੇ ਆਪਣਾ ਆਪਾ ਉਹਦੇ ਅੱਗੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਇਹ ਇਨਸਾਨੀ ਜੀਵਨ ਬੜਾ ਦੁਰਲਭ ਹੈ। ਦੁਰਲਭ ਦਾ ਅਰਥ ਹੁੰਦਾ ਕੀਮਤੀ। ਇਹ ਬੜਾ ਕੀਮਤੀ ਹੈ। ਦੇਹ ਤਾਂ ਪਸ਼ੂਆਂ ਕੋਲ ਵੀ ਹੈ, ਪੰਛੀਆਂ ਕੋਲ ਵੀ ਹੈ। ਇਹ ਦਰਖਤਾਂ ਦੇ ਜੋ ਵੀ ਸਟਰਕਚਰ ਹੈ, ਆਕਾਰ ਹੈ, ਦਿੱਖ ਹੈ, ਇਹ ਸਾਰੀ ਦੇਹ ਹੈ ਵੱਖ ਵੱਖ। ਪਰ ਮਾਨੁਖ, ਮਹਾਰਾਜ ਨੇ ਉਸ ਨੂੰ ਦੁਰਲਭ ਦੇ ਬਾਣੀ ਦੇ ਵਿੱਚ ਆਖਿਆ, ਕੀਮਤੀ ਦੇਹ ਜਿਹੜੀ ਸਾਰਿਆਂ ਕੋਲ ਨਹੀਂ ਹੈਗੀ। ਇਹਦੇ ਰਾਹੀਂ ਤੂੰ ਬਹੁਤ ਚੰਗੇ ਨੇਕ ਪਰਉਪਕਾਰੀ ਕਰਮਾਂ ਨੂੰ ਜਨਮ ਦੇ ਸਕਦਾ ਹੈ। ਪਰ ਮਹਾਰਾਜ ਕਹਿੰਦੇ ਨੇ ਜੇ ਇਹ ਸੁੱਖ ਚਾਹੁੰਦਾ ਹੈ ਤੇ ਕੇਵਲ ਤਾਂ ਕੇਵਲ ਰਮੇ ਹੋਏ ਕਰਤੇ ਵਾਹਿਗੁਰੂ ਦੇ ਅੱਗੇ ਆਪਣਾ ਆਪਾ ਤੈਨੂੰ ਸਮਰਪਣ ਕਰਨ ਦੀ ਲੋੜ ਹੈ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਭਨਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।